ਵਿਦਨ ਕੀ ਕਰਮ ਪਛਾਨ। ਤੇ ਭਾਈ ਦਇਆ ਸਿੰਘ ਜੀ ਇਹ ਬਚਨ ਆਖਦੇ ਨੇ ਕਿ ਕਰਮ ਤਿੰਨ ਪ੍ਰਕਾਰ ਦੀ ਮੰਨੀ ਜਾਂਦੀ ਨੇ। ਸੰਚਤ ਪ੍ਰਾਲ ਬਦ ਕਿਰਿਮਾਨ। ਇਹ ਕਰਮਾਂ ਦੀਆਂ ਕਿਸਮਾਂ ਨੇ, ਤਿੰਨ ਕਿਸਮਾਂ ਨੇ ਕਰਮਾਂ ਦੀਆਂ: ਸੰਚਿਤ ਕਰਮ, ਕਿਰਿਆਮਾਨ ਕਰਮ ਤੇ ਪਰਾਲਬਧ। ਇਹ ਤਿੰਨ ਪ੍ਰਕਾਰ ਦੇ ਕਰਮ ਨੇ। ਤਾਰਿਕਸ਼ ਅੰਤਹਿ ਕਰਨ ਮਝਾਰ। ਤੇ ਇਹ ਤਿੰਨ ਪ੍ਰਕਾਰ ਦੇ ਕਰਮ ਮਾਨੋ ਇਹ ਜਿਵੇਂ ਭੱਠੀ ਦੇ ਅੰਦਰ ਤੀਰ ਭਰ ਕੇ ਰੱਖੇ ਜਾਂਦੇ ਨੇ। ਤੀਰਾਂ ਵਾਲਾ ਭੱਠਾ ਹੁੰਦਾ ਹੈ ਤੇ ਉਸ ਭੱਠੇ ਦੇ ਵਿੱਚ ਤੀਰ ਸੰਭਾਲ ਕੇ ਰੱਖੇ ਜਾਂਦੇ ਨੇ। ਇਸੇ ਤਰ੍ਹਾਂ ਕਰਮ ਇਹ ਜਾਣ ਲਓ ਕਿ ਤੀਰ ਦੇ ਵਾਂਗ ਨਹੀਂ। ਤੇ ਸਾਡਾ ਜੋ ਅੰਤਿਸ਼ਕਰਨ ਹੈ ਇਹ ਭੱਠੀ ਦੇ ਵਾਂਗ ਹੈ, ਜਿਹਦੇ ਅੰਦਰ ਕਰਮਾਂ ਰੂਪੀ ਤੀਰ ਸੰਭਾਲੇ ਜਾਂਦੇ ਨੇ। ਤ੍ਰੈ ਵਿਦ ਬਾਣ ਸੇ ਬਸ ਵਿਹਾਰ। ਫਿਰ ਅੰਤਿਸ਼ਕਰਨ ਦੀ ਭੱਠੀ ਦੇ ਅੰਦਰ ਇਹ ਤਿੰਨ ਪ੍ਰਕਾਰ ਦੇ ਕਰਮ ਪਰਾਲਬਧ, ਸੰਚਿਤ ਤੇ ਕਿਰਿਆਮਾਨ ਇਹ ਨਿਵਾਸ ਕਰਦੇ ਨੇ। ਚੇਤਨ ਆਤਮ ਛਾਇਆ ਜੋਏ। ਹੁਣ ਅੱਗੇ ਭਾਈ ਦਇਆ ਸਿੰਘ ਜੀ ਇਹ ਨਿਰਣਾ ਕਰਕੇ ਦੱਸਦੇ ਨੇ ਕਿ ਕਰਮ ਦਾ ਫਲ ਜਿਹੜਾ ਹੈ ਉਹ ਕਿਸ ਪ੍ਰਕਾਰ ਸੰਚਿਤ ਹੁੰਦਾ ਹੈ, ਇਕੱਤਰ ਹੁੰਦਾ ਹੈ। ਕਿਹੜੇ ਕਰਮਾਂ ਦਾ ਫਲ ਸਾਨੂੰ ਭੋਗਣਾ ਪੈਂਦਾ ਹੈ ਜਾਂ ਕਿਹੜੇ ਕਰਮਾਂ ਦਾ ਫਲ ਸਾਨੂੰ ਮਿਲਦਾ ਹੈ। ਭਾਵੇਂ ਉਹ ਕਰਮ ਅਸੀਂ ਚੰਗੇ ਕਰੀਏ ਜਾਂ ਮਾੜੇ ਕਰੀਏ, ਪੁੰਨ ਕਰੀਏ ਜਾਂ ਪਾਪ ਕਰੀਏ, ਇਹ ਜਿਹੜੇ ਕਰਮ ਨੇ ਫਲੀਭੂਤ ਕਿਸ ਪ੍ਰਕਾਰ ਹੁੰਦੇ ਨੇ। ਕਿਉਂਕਿ ਕਰਮ ਤੇ ਪਸ਼ੂ ਵੀ ਕਰਦੇ ਨੇ, ਪੰਛੀ ਵੀ ਕਰਦੇ ਨੇ, ਕੀੜੇ ਮਕੌੜੇ ਵੀ ਕਰਦੇ ਨੇ। ਪਰ ਪਸ਼ੂ, ਪੰਛੀ ਜਾਂ ਕੀੜੇ ਮਕੌੜਿਆਂ ਦੁਆਰਾ ਕੀਤੇ ਗਏ ਜਿਹੜੇ ਕਰਮ ਨੇ ਉਹ ਫਲੀਭੂਤ ਨਹੀਂ ਹੁੰਦੇ। ਭਾਵ ਉਹਨਾਂ ਦਾ ਜਿਹੜਾ ਫਲ ਹੈ ਉਹ ਸੁੱਖ ਜਾਂ ਦੁੱਖ ਦੇ ਰੂਪ ਦੇ ਵਿੱਚ ਨਹੀਂ ਮਿਲਦਾ। ਮਨੁੱਖ ਦੇ ਦੁਆਰਾ ਜਿਹੜੇ ਕੀਤੇ ਗਏ ਕਰਮ ਨੇ ਇਹ ਫਲੀਭੂਤ ਹੁੰਦੇ ਨੇ। ਤੇ ਕਿਸ ਪ੍ਰਕਾਰ ਹੁੰਦੇ ਨੇ ਉਹਦੇ ਬਾਰੇ ਅੱਗੇ ਫਿਰ ਭਾਈ ਦਇਆ ਸਿੰਘ ਜੀ ਨਿਰਣਾ ਕਰਦੇ ਨੇ। ਇੱਥੋਂ ਇਹ ਸਮਝ ਲਓ ਕਿ ਜਿਹੜੇ ਕਰਮ ਅਸੀਂ ਕਰਦੇ ਹਾਂ, ਤਿੰਨ ਤਰੀਕਿਆਂ ਦੇ ਨਾਲ ਮਨੁੱਖ ਕਰਮ ਕਰਦਾ ਹੈ ਤੇ ਤਿੰਨ ਪ੍ਰਕਾਰ ਦੇ ਕਰਮ ਨੇ। ਮਨ ਕਰਕੇ ਅਸੀਂ ਕਰਮ ਕਰਦੇ ਹਾਂ, ਬਚਨ ਕਰਕੇ ਕਰਮ ਕਰਦੇ ਹਾਂ ਤੇ ਸਰੀਰ ਕਰਕੇ। ਮਨ, ਬਚਨ ਤੇ ਸਰੀਰ ਕਰਕੇ। ਮਨ ਦੇ ਵਿੱਚ ਜੋ ਕੁਝ ਅਸੀਂ ਸੋਚਦੇ ਹਾਂ, ਮਨ ਦੇ ਅੰਦਰ ਜਿਹੜੇ ਫੁਰਨੇ ਸਾਡੇ ਅੰਦਰ ਚੱਲਦੇ ਨੇ, ਜੋ ਕੁਝ ਅਸੀਂ ਸੋਚਦੇ ਹਾਂ ਇਹ ਸਾਡੇ ਮਾਨਸਿਕ ਕਰਮ ਨੇ। ਹੱਥਾਂ ਪੈਰਾਂ ਦੇ ਨਾਲ ਜੋ ਕੁਝ ਅਸੀਂ ਕਰਦੇ ਹਾਂ ਇਹ ਸਾਡੇ ਸਰੀਰਕ ਕਰਮ ਨੇ। ਰਸਨਾ ਤੋਂ, ਜ਼ੁਬਾਨ ਤੋਂ ਜੋ ਕੁਝ ਅਸੀਂ ਬੋਲਦੇ ਹਾਂ ਇਹ ਸਾਡੇ ਬਚਨਾਂ ਰੂਪੀ ਕਰਮ ਨੇ। ਤਿੰਨ ਤਰੀਕਿਆਂ ਦੇ ਨਾਲ ਅਸੀਂ ਕਰਮ ਕਰਦੇ ਹਾਂ: ਮਨ ਤੋਂ ਸੋਚ ਕੇ, ਜ਼ੁਬਾਨ ਤੋਂ ਬੋਲ ਕੇ ਤੇ ਸਰੀਰ ਦੇ ਨਾਲ ਕਿਰਿਆ ਕਰਕੇ। ਫਿਰ ਇਹ ਜਿਹੜੇ ਤਿੰਨ ਪ੍ਰਕਾਰ ਦੇ, ਤਿੰਨ ਤਰੀਕਿਆਂ ਦੇ ਨਾਲ ਕੀਤੇ ਜਾਣ ਵਾਲੇ ਕਰਮ ਇਹ ਅੱਗੇ ਤਿੰਨ ਰੂਪਾਂ ਦੇ ਵਿੱਚ ਇਕੱਤਰ ਹੁੰਦੇ ਨੇ, ਜਿੱਥੇ ਇਹਨਾਂ ਨੂੰ ਕਿਰਿਆਮਾਨ ਕਿਹਾ ਜਾਂਦਾ ਹੈ, ਸੰਚਿਤ ਕਿਹਾ ਜਾਂਦਾ ਹੈ ਜਾਂ ਪਰਾਲਬਧ ਕਿਹਾ ਜਾਂਦਾ ਹੈ। ਇਸ ਤੋਂ ਅੱਗੇ ਭਾਈ ਦਇਆ ਸਿੰਘ ਜੀ ਨੇ ਇੱਕ ਤੇ ਇਹ ਨਿਰਣਾ ਕਰਨਾ ਹੈ ਕਿ ਕਰਮ ਫਲੀਭੂਤ ਕਿਹੜਾ ਹੁੰਦਾ ਹੈ। ਕਿਉਂਕਿ ਇੱਕ ਗੱਲ ਸਪਸ਼ਟ ਰੂਪ ਦੇ ਵਿੱਚ ਸਿੱਧੇ ਤੌਰ ਤੇ ਬੜੀ ਆਸਾਨੀ ਦੇ ਨਾਲ ਅਸੀਂ ਸਮਝ ਸਕਦੇ ਹਾਂ ਕਿ ਜਿਹੜਾ ਬੀਜ ਧਰਤੀ ਦੇ ਅੰਦਰ ਬੀਜਿਆ ਜਾਂਦਾ ਹੈ, ਜਿੰਨੇ ਦਾਣੇ ਧਰਤੀ ਦੇ ਵਿੱਚ ਮਾਨੋ ਬੀਜੇ ਜਾਣ, ਉਹ ਸਾਰੇ ਦਾਣੇ ਜਿਹੜੇ ਉਹ ਪੁੰਗਰਦੇ ਨਹੀਂ। ਜਿੰਨੇ ਦਾਣੇ ਧਰਤੀ ਦੇ ਅੰਦਰੋਂ ਅੰਕੁਰ ਬਣ ਕੇ ਪੁੰਗਰ ਆਉਂਦੇ ਨੇ, ਫੁੱਟ ਕੇ ਬਾਹਰ ਆ ਜਾਂਦੇ ਨੇ, ਉਹ ਸਾਰੇ ਦੇ ਸਾਰੇ ਜਿਹੜੇ ਉਹ ਫਲ ਤੱਕ ਨਹੀਂ ਪਹੁੰਚਦੇ। ਕਈ ਬੀਜ ਉਹ ਨੇ, ਕਈ ਦਾਣੇ ਉਹ ਨੇ ਜਿਹੜੇ ਧਰਤੀ ਦੇ ਅੰਦਰ ਹੀ ਸੜ ਜਾਂਦੇ ਨੇ। ਉਹ
ਕਿਸੇ ਪੌਦੇ ਦਾ ਰੂਪ ਉਹ ਧਾਰਨ ਨਹੀਂ ਕਰਦੀ, ਤੇ ਜਿੰਨੇ ਪੌਦੇ ਦਾ ਰੂਪ ਧਾਰਨ ਕਰ ਜਾਂਦੇ ਨੇ ਉਹ ਸਾਰੇ ਜਿਹੜੇ ਫਲ ਤੱਕ ਨਹੀਂ ਪਹੁੰਚਦੇ। ਮਾਨੋ ਕਣਕ ਦੇ ਜਿੰਨੇ ਦਾਣੇ ਅਸੀਂ ਧਰਤੀ ਦੇ ਵਿੱਚ ਜ਼ਮੀਨ ਦੇ ਵਿੱਚ ਬੀਜੇ, ਉਹਨਾਂ ਸਾਰਿਆਂ ਦੇ ਕਣਕ ਦੇ ਬੂਟੇ ਨਹੀਂ ਬਣਨੇ। ਤੇ ਜਿੰਨੇ ਕਣਕ ਦੇ ਬੂਟੇ ਬਣ ਗਏ, ਇਹ ਲਾਜ਼ਮੀ ਨਹੀਂ ਕਿ ਸਾਰਿਆਂ ਨੂੰ ਬੱਲੀਆਂ ਵੀ ਲੱਗਣ, ਉਹਨਾਂ ਦੇ ਵਿੱਚ ਦਾਣੇ ਵੀ ਭਰਨ। ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤਮਈ ਬਾਣੀ 'ਚ ਬਖਸ਼ਿਸ਼ ਕੀਤੀ ਗਈ ਹੈ ਕਿ ਸਾਡਾ ਜਿਹੜਾ ਸਰੀਰ ਹੈ ਇਹ ਇੱਕ ਧਰਤੀ ਹੈ, ਇਹ ਇੱਕ ਜ਼ਮੀਨ ਹੈ। ਇਸ ਸਰੀਰ ਰੂਪੀ ਜ਼ਮੀਨ ਦੇ ਅੰਦਰ ਅਸੀਂ ਕਰਮਾਂ ਦੀ ਖੇਤੀ ਬੀਜਦੇ ਹਾਂ। ਇਹ ਪਾਵਨ ਬਚਨ ਆਪਾਂ ਪੜ੍ਹਦੇ ਹਾਂ, ਖੇਤ ਸਰੀਰ ਜੋ ਬੀਜੀਐ ਸੋ ਅੰਤ ਖਲੋਆ ਆਏ। ਇਹ ਖੇਤ ਸਰੀਰ ਜਿਹੜਾ ਇਹ ਖੇਤ ਹੈ, ਕਰਮਾਂ ਦਾ ਬੀਜ ਅਸੀਂ ਸਰੀਰ ਦੇ ਅੰਦਰ ਬੀਜਦੇ ਹਾਂ। ਪਰ ਕਿਹੜੇ ਕਰਮ ਜਿਹੜੇ ਨੇ ਉਹ ਫਲੀਭੂਤ ਹੁੰਦੇ ਨੇ, ਉਹਨਾਂ ਦਾ ਨਿਰਣਾ ਪਹਿਲਾਂ ਇੱਥੇ ਭਾਈ ਦਇਆ ਸਿੰਘ ਜੀ ਕਰਦੇ ਨੇ। ਪਹਿਲਾ ਨਿਰਣਾ ਇਹ ਹੈ ਕਿ ਕਿਹੜੇ ਕਰਮ ਫਲੀਭੂਤ ਹੁੰਦੇ ਨੇ। ਦੂਜਾ ਨਿਰਣਾ ਨਾਲ ਇਹ ਹੈ ਕਿ ਜਿਹੜੇ ਕਰਮ ਫਲੀਭੂਤ ਹੁੰਦੇ ਨੇ ਉਹ ਫਿਰ ਤਿੰਨ ਰੂਪ ਧਾਰਨ ਕਰਦੇ ਨੇ, ਕਿਰਿਆਮਾਨ, ਸੰਚਿਤ ਤੇ ਪ੍ਰਾਲਬਧ। ਫਿਰ ਤੀਜਾ ਨਿਰਣਾ ਇਹ ਹੈ ਕਿ ਇਹਨਾਂ ਕਰਮਾਂ ਨੂੰ ਨਾਸ਼ ਕਿਵੇਂ ਕੀਤਾ ਜਾ ਸਕਦਾ ਹੈ। ਇਹ ਸਾਡੇ ਕਰਮ ਜਿਹੜੇ ਨੇ ਇਹ ਖਤਮ ਕਿਵੇਂ ਹੋ ਸਕਦੇ ਨੇ, ਜਾਂ ਫਿਰ ਇਹਨਾਂ ਸਾਰਿਆਂ ਕਰਮਾਂ ਦਾ ਫਲ ਸਾਨੂੰ ਭੋਗਣਾ ਹੀ ਪਏਗਾ। ਤੇ ਜੇ ਕਰਮਾਂ ਦਾ ਸਾਰੇ ਕਰਮਾਂ ਦਾ ਫਲ ਹੀ ਜੀਵ ਨੂੰ ਭੋਗਣਾ ਪਏ, ਫਿਰ ਇਹ ਜਨਮ ਤੇ ਮਰਨ ਦਾ ਗੇੜ ਕਦੇ ਖਤਮ ਨਹੀਂ ਹੋ ਸਕਦਾ। ਜਨਮ ਤੇ ਮਰਨ ਦੇ ਗੇੜ ਤੋਂ ਛੁਟਕਾਰਾ ਉਦੋਂ ਹੋਣਾ ਹੈ ਜਦੋਂ ਕਰਮਾਂ ਦਾ ਨਾਸ਼ ਹੋ ਜਾਏ। ਉਹ ਕਿਸ ਪ੍ਰਕਾਰ ਹੋ ਸਕਦਾ ਹੈ, ਇਹ ਜਿਹੜਾ ਨਿਰਣਾ ਹੈ ਇਹ ਭਾਈ ਦਇਆ ਸਿੰਘ ਜੀ ਨੇ ਇੱਥੇ ਕੀਤਾ ਹੈ। ਪਹਿਲੀ ਹੁਣ ਜਿਹੜੀ ਵਿਚਾਰ ਇੱਥੋਂ ਆਰੰਭ ਹੁੰਦੀ ਹੈ, ਇੱਥੋਂ ਸ਼ੁਰੂ ਹੁੰਦੀ ਹੈ, ਉਹ ਇਹ ਹੁੰਦੀ ਹੈ ਕਿ ਕਰਮ ਫਲੀਭੂਤ ਕਿਹੜੇ ਹੁੰਦੇ ਨੇ, ਉਹਦੇ ਬਾਰੇ ਫਿਰ ਇੱਥੇ ਭਾਈ ਦਇਆ ਸਿੰਘ ਜੀ ਦੱਸ ਰਹੇ ਨੇ। ਪ੍ਰਤੁ ਬਿੰਬਤ ਅੰਤਹ ਕਰਣ ਹੋਏ। ਹੁਣ ਪਹਿਲਾ ਜਿਹੜਾ ਬਚਨ ਇਹ ਹੈ ਕਿ ਪਹਿਲੀ ਜਿਹੜੀ ਵਿਚਾਰ ਇਹ ਹੈ ਕਿ ਚੇਤਨ ਆਤਮ ਛਾਇਆ ਜੋਏ, ਪ੍ਰਤਿਬਿੰਬਤ ਅੰਤਹ ਕਰਣ ਹੋਏ। ਪਹਿਲਾ ਇਹ ਚੇਤੇ ਰੱਖਣਾ ਹੈ ਕਿ ਚੇਤਨ ਸੱਤਾ, ਸਾਡੇ ਅੰਦਰ ਜਿਹੜੀ ਚੇਤਨ ਸੱਤਾ ਹੈ, ਇਹ ਚੇਤਨ ਸੱਤਾ ਰੂਪੀ ਛਾਇਆ ਹੈ। ਪ੍ਰਤਿਬਿੰਬਤ ਅੰਤਹ ਕਰਣ ਹੋਏ। ਇਸ ਦਾ ਜਿਹੜਾ ਪ੍ਰਤੀਬਿੰਬ ਹੈ ਉਹ ਅੰਤਿਸਕਰਨ ਦੇ ਵਿੱਚ ਬਣਦਾ ਹੈ। ਜਿਵੇਂ ਅਸੀਂ ਕਿਸੇ ਤਲਾਬ ਦੇ ਕਿਨਾਰੇ ਤੇ ਖਲੋਤੇ ਹਾਂ ਤੇ ਤਲਾਬ ਦੇ ਪਾਣੀ ਦੇ ਅੰਦਰ ਸਾਡਾ ਪ੍ਰਤੀਬਿੰਬ ਬਣਦਾ ਹੈ। ਚੰਦਰਮਾ ਅਸਮਾਨ ਦੇ ਵਿੱਚ ਹੈ, ਖੁੱਲੇ ਮੈਦਾਨ ਦੇ ਵਿੱਚ ਕਿਸੇ ਬਰਤਨ ਦੇ ਵਿੱਚ ਪਾਣੀ ਪਾ ਕੇ ਰੱਖ ਦਿਓ, ਚੰਦਰਮਾ ਦਾ ਜਿਹੜਾ ਪ੍ਰਤੀਬਿੰਬ ਹੈ ਉਸ ਜਲ ਦੇ ਅੰਦਰ, ਉਸ ਪਾਣੀ ਦੇ ਅੰਦਰ ਬਣੇਗਾ। ਇਸੇ ਤਰ੍ਹਾਂ ਸਾਡੀ ਆਤਮ ਜਿਹੜੀ ਚੇਤਨ ਸੱਤਾ ਹੈ, ਇਹਦੀ ਛਾਇਆ, ਇਹਦਾ ਪ੍ਰਛਾਵਾਂ, ਇਹਦਾ ਪ੍ਰਤੀਬਿੰਬ ਉਹ ਅੰਤਿਸਕਰਨ ਦੇ ਅੰਦਰ ਬਣਦਾ ਹੈ। ਹਰ ਅਗਿਆਨ ਅੰਸ਼ ਕੀ ਸਹਿਤ। ਤੇ ਇਹ ਇੱਕ ਚੇਤਨ ਸੱਤਾ, ਦੂਜਾ ਸਾਡਾ ਅੰਤਿਸਕਰਨ, ਤੇ ਤੀਜਾ ਨਾਲ ਹੈ ਅਗਿਆਨ ਰੂਪੀ ਅੰਸ਼। ਅਗਿਆਨ ਰੂਪੀ ਅੰਸ਼ ਦੇ ਸਮੇਤ ਤਿਸ ਮਹਿ ਕਰਮ ਬੀਜ ਗਨ ਰਹਿਤ। ਇਹਦੇ ਅੰਦਰ ਫਿਰ ਇਹਨਾਂ ਤਿੰਨਾਂ ਦੇ ਸੁਮੇਲ ਦੇ ਨਾਲ ਜਿਹੜਾ ਕਰਮ ਕੀਤਾ ਜਾਏ, ਉਹ ਕਰਮ
ਬੀਜ ਰੂਪ ਦੇ ਵਿੱਚ ਬੀਜਿਆ ਜਾਂਦਾ ਹੈ ਤੇ ਇਹ ਜਿਹੜਾ ਕਰਮ ਹੈ ਇਹ ਫਿਰ ਪੁੰਗਰਦਾ ਹੈ। ਭਾਵ ਇਹ ਉਹ ਕਰਮ ਹੈ ਜਿਹੜਾ ਫਲੀਭੂਤ ਹੁੰਦਾ ਹੈ। ਇੱਕ ਤੇ ਸਾਡੀ ਚੇਤਨ ਸੱਤਾ, ਦੂਜਾ ਅੰਤਿਸ਼ਕਰਨ ਤੇ ਤੀਜਾ ਅਗਿਆਨ। ਅਗਿਆਨ ਵੀ ਨਾਲ ਮਿਲਦਾ ਹੈ, ਅਗਿਆਨ ਵੀ ਨਾਲ ਸ਼ਾਮਲ ਹੁੰਦਾ ਹੈ। ਇਹਨਾਂ ਤਿੰਨਾਂ ਦੇ ਸੁਮੇਲ ਦੇ ਨਾਲ ਜਿਹੜਾ ਕਰਮ ਕੀਤਾ ਜਾਂਦਾ ਹੈ ਉਹ ਫਲੀਭੂਤ ਹੁੰਦਾ ਹੈ। ਉਹ ਕਰਮ ਭਾਵੇਂ ਮਾੜਾ ਕੀਤਾ ਜਾਏ ਭਾਵੇਂ ਚੰਗਾ ਕੀਤਾ ਜਾਏ। ਹੁਣ ਇੱਥੇ ਇੱਕ ਗੱਲ ਇਹ ਕਿ ਅੰਤਿਸ਼ਕਰਨ ਤੇ ਅਗਿਆਨ, ਇੱਕ ਅੰਮ੍ਰਿਤਮਈ ਬਾਣੀ ਦਾ ਇਹ ਪਾਵਨ ਬਚਨ ਹੈ, ਕਰਮ ਕਰਤ ਹੋਵੈ ਨਿਹਕਰਮ, ਕਿ ਕਰਮ ਕਰਦਿਆਂ ਕਰਦਿਆਂ ਮਨੁੱਖ ਨਿਸ਼ਕਰਮ ਹੋ ਜਾਏ, ਨਿਹਕਰਮ ਹੋ ਜਾਏ, ਕਰਮ ਤੋਂ ਰਹਿਤ ਹੋ ਜਾਏ। ਇੱਕ ਗੱਲ ਸਪਸ਼ਟ ਹੈ ਕਿ ਮਨੁੱਖ ਜਿੰਨਾ ਚਿਰ ਜੀਵਤ ਹੈ, ਜਿੰਨਾ ਚਿਰ ਸਵਾਸ ਚੱਲਦੇ ਨੇ, ਉਹਨਾਂ ਚਿਰ ਕਿਰਿਆਮਾਨ ਹੈ, ਕਰਮ ਕਰ ਰਿਹਾ ਹੈ। ਇਹ ਨਹੀਂ ਕਿ ਕਰਮ ਕਰਨੋਂ ਹਟ ਸਕਦਾ ਹੈ। ਕਰਮ ਕਰੇ ਭਾਵੇਂ ਸਰੀਰ ਕਰਕੇ ਕਰੇ, ਭਾਵੇਂ ਬਚਨ ਕਰਕੇ ਕਰੇ, ਭਾਵੇਂ ਮਨ ਕਰਕੇ ਕਰੇ। ਕਰਮ ਕਰਤ ਹੋਵੈ ਨਿਹ ਕਰਮ ਤੋਂ ਭਾਵ ਇਹ ਹੈ ਕਿ ਕਰਮ ਤੇ ਮਨੁੱਖ ਉਦੋਂ ਵੀ ਕਰ ਰਿਹਾ ਹੈ, ਪਰ ਉਦੋਂ ਜਿਹੜਾ ਕਰਮ ਉਹ ਕਰ ਰਿਹਾ ਹੈ ਆਪ ਉਸ ਕਰਮ ਦੇ ਪ੍ਰਭਾਵ ਤੋਂ ਰਹਿਤ ਹੈ। ਜਿਸ ਪ੍ਰਕਾਰ ਗੁਰੂ ਸਾਹਿਬਾਨ ਗੁਰੂ ਜੋਤ 10 ਸਰੀਰਾਂ ਦੇ ਵਿੱਚ ਵਿਚਰੀ ਹੈ, 10 ਜਾਮਿਆਂ ਦੇ ਵਿੱਚ ਵਿਚਰਦਿਆਂ ਹੋਇਆਂ ਸਰੀਰ ਕਰਕੇ ਬਚਨ ਕਰਕੇ ਕਰਮ ਜਿਹੜੇ ਨੇ ਉਹ ਗੁਰੂ ਸਾਹਿਬਾਨ ਨੇ, ਗੁਰੂ ਜੋਤ ਨੇ 10 ਜਾਮਿਆਂ ਦੇ ਵਿੱਚ ਕੀਤੇ ਨੇ। ਭਾਵੇਂ ਉਹ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ, 10ਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਸਾਡੇ ਸਾਹਮਣੇ ਇਹ ਇਤਿਹਾਸ ਪਿਆ ਹੈ ਕਿ ਗੁਰੂ ਸਾਹਿਬਾਨ ਸ਼ਿਕਾਰ ਵੀ ਕੀਤਾ ਹੈ, ਸ਼ੇਰ ਆਦਿਕ ਜਿਹੜੇ ਜਾਨਵਰ ਉਹ ਵੀ ਮਾਰੇ ਨੇ, ਕਰਮ ਕੀਤੇ ਨੇ, ਹੋਰ ਅਨੇਕਾਂ ਕਰਮ। ਭਾਵ ਜਿੰਨਾ ਚਿਰ ਸਰੀਰ ਰਿਹਾ ਹੈ ਕਰਮ ਦੀ ਕਿਰਿਆ ਤਾਂ ਚੱਲਦੀ ਰਹੀ ਹੈ, ਪਰ ਗੁਰੂ ਜੋਤ ਇਹਦੇ ਬਾਵਜੂਦ ਕਰਮ ਦੇ ਪ੍ਰਭਾਵ ਤੋਂ ਰਹਿਤ ਹੈ, ਪਾਪ ਤੇ ਪੁੰਨ ਦੇ ਪ੍ਰਭਾਵ ਤੋਂ ਰਹਿਤ ਹੈ। ਗੁਰੂ ਆਪ ਕਰਮਾਂ ਦੇ ਬੰਧਨ ਦੇ ਵਿੱਚ ਨਹੀਂ ਹੈ। ਕਰਮਾਂ ਦੇ ਬੰਧਨ ਦੇ ਵਿੱਚ ਕਿਉਂ ਨਹੀਂ? ਕਿਉਂਕਿ ਗੁਰੂ ਜੋਤ ਨੇ ਕਰਮ ਕੀਤੇ, ਪਰ ਗੁਰੂ ਜੋਤ ਦੇ ਅੰਦਰ ਚੇਤਨ ਸੱਤਾ ਵੀ ਸੀ, ਗੁਰੂ ਜੋਤ ਦੇ ਅੰਦਰ ਅੰਤਿਸ਼ਕਰਨ ਵੀ ਸੀ, ਪਰ ਗੁਰੂ ਜੋਤ ਦੇ ਅੰਦਰ ਅਗਿਆਨ ਦੀ ਅੰਸ਼ ਨਹੀਂ ਸੀ। ਗੁਰੂ ਜੋਤ ਪੂਰਨ ਰੂਪ ਦੇ ਵਿੱਚ ਗਿਆਨ ਸਰੂਪ ਹੈ, ਉਹਦੇ ਅੰਦਰ ਅਗਿਆਨ ਦੀ ਅੰਸ਼ ਨਹੀਂ ਹੈ। ਤੇ ਕਰਮ ਉਹ ਫਲੀਭੂਤ ਹੁੰਦਾ ਹੈ ਜਿਹੜਾ ਇਹਨਾਂ ਤਿੰਨਾਂ ਦਾ ਸੁਮੇਲ ਹੋਵੇ, ਚੇਤਨ ਸੱਤਾ, ਅੰਤਿਸ਼ਕਰਨ ਤੇ ਤੀਜਾ ਅਗਿਆਨ ਦੀ ਅੰਸ਼। ਤੇ ਮਨੁੱਖ ਕਰਮ ਕਰਦਿਆਂ ਕਰਦਿਆਂ ਨਿਹ ਕਰਮ ਉਦੋਂ ਹੋ ਜਾਂਦਾ ਹੈ ਜਦੋਂ ਇਹਦੇ ਅੰਦਰੋਂ ਅਗਿਆਨ ਦੀ ਅੰਸ਼ ਮਿਟ ਜਾਂਦੀ ਹੈ। ਆਤਮਿਕ ਗਿਆਨ ਦੀ ਜਦੋਂ ਪ੍ਰਾਪਤੀ ਹੋ ਜਾਏ, ਉਸ ਤੋਂ ਬਾਅਦ ਜਿਹੜਾ ਕਰਮ ਮਨੁੱਖ ਕਰਦਾ ਹੈ, ਜਦੋਂ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਗਈ, ਜਦੋਂ ਸੁਰਤ ਕਰਕੇ ਪ੍ਰਮਾਤਮਾ ਦੇ ਵਿੱਚ ਅਭੇਦ ਹੋ ਗਿਆ, ਫਿਰ ਉਹਦਾ ਜਿਹੜਾ ਕਰਮ ਹੈ ਉਹ ਨਿਸ਼ਕਰਮ ਹੋ ਜਾਂਦਾ ਹੈ। ਉਹ ਜਿਹੜੇ ਕਰਮ ਨੇ ਕੀਤੇ ਗਏ ਕਰਮ ਬਾਅਦ ਦੇ ਵਿੱਚ ਵੀ ਜਿਹੜੀ ਉਹ ਕਿਰਿਆ ਕਰਦਾ ਹੈ, ਉਹਦੇ ਜਿਹੜੇ ਕੀਤੇ ਗਏ ਕਰਮ ਨੇ ਉਹ ਸੰਚਿਤ ਨਹੀਂ ਹੁੰਦੇ, ਨਿਸ਼ਕਰਮ ਹੋ ਜਾਂਦਾ ਹੈ। ਇਸੇ ਕਰਕੇ ਇਹਨਾਂ ਤਿੰਨਾਂ ਦਾ ਸੁਮੇਲ ਹੈ। ਚੇਤਨ ਸੱਤਾ ਪਸ਼ੂਆਂ ਦੇ ਵਿੱਚ ਵੀ ਹੈ, ਪੰਛੀਆਂ ਦੇ ਵਿੱਚ ਵੀ ਹੈ, ਕੀੜੇ ਮਕੌੜਿਆਂ ਦੇ ਵਿੱਚ ਵੀ ਹੈ, ਕਿਉਂਕਿ ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਚੇਤਨ ਸੱਤਾ ਹੈ ਸਾਡੀ ਆਤਮਾ,
ਆਤਮਾ ਰੂਪੀ ਚੇਤਨ ਸੱਤਾ ਪਸ਼ੂਆਂ ਦੇ ਵਿੱਚ, ਪੰਛੀਆਂ ਦੇ ਵਿੱਚ, ਕੀੜੇ ਮਕੌੜਿਆਂ ਦੇ ਵਿੱਚ ਵੀ ਹੈ। ਤੇ ਪਸ਼ੂ ਪੰਛੀ ਕੀੜੇ ਮਕੌੜਿਆਂ ਦੇ ਅੰਦਰ ਅਗਿਆਨ ਦੀ ਅੰਸ਼ ਵੀ ਹੈ, ਅਗਿਆਨ ਦੀ ਅੰਸ਼ ਵੀ ਹੈ। ਪਰ ਭਾਵੇਂ ਕੋਈ ਪਸ਼ੂ ਜੂਨੀ ਹੈ, ਭਾਵੇਂ ਕੋਈ ਪੰਛੀ ਹੈ ਜਾਂ ਕੋਈ ਕੀੜਾ ਮਕੌੜਾ ਹੈ, ਸਿਵਾਏ ਮਨੁੱਖ ਦੇ ਹੋਰ ਕਿਸੇ ਵੀ ਜੂਨ ਨੂੰ ਕਰਮ ਜੂਨੀ ਨਹੀਂ ਮੰਨਿਆ ਜਾਂਦਾ। ਇਹਦਾ ਕਾਰਨ ਇਹ ਹੈ ਕਿ ਉਹਨਾਂ ਦੇ ਅੰਦਰ ਭਾਵੇਂ ਚੇਤਨ ਸੱਤਾ ਵੀ ਹੈ, ਭਾਵੇਂ ਉਹਨਾਂ ਦੇ ਅੰਦਰ ਅਗਿਆਨ ਦੀ ਅੰਸ਼ ਵੀ ਹੈ, ਪਰ ਉਹਨਾਂ ਦੇ ਅੰਦਰ ਅੰਤਿਸ਼ਕਰਨ ਨਹੀਂ ਹੈ, ਵਿਕਸਿਤ ਮਨ ਨਹੀਂ ਹੈ। ਜਿਹੜਾ ਮਨ ਕਿਰਿਆਤਮਿਕ ਮਨ ਹੈ ਉਹ ਪਸ਼ੂਆਂ ਦੇ ਅੰਦਰ ਨਹੀਂ ਹੈ, ਅੰਤਿਸ਼ਕਰਨ ਨਹੀਂ ਹੈ। ਇਸ ਕਰਕੇ ਜਿਹੜੀਆਂ ਪਸ਼ੂ ਜੂਨੀਆਂ ਨੇ ਕਰਮ ਤੇ ਇਹ ਵੀ ਕਰਦੀਆਂ ਨੇ, ਪਰ ਇਹ ਜਿਹੜੀਆਂ ਬਾਕੀ ਮਨੁੱਖ ਤੋਂ ਬਿਨਾਂ ਬਾਕੀ ਜੂਨਾਂ ਨੇ, ਇਹਨਾਂ ਦੇ ਕੀਤੇ ਹੋਏ ਜਿਹੜੇ ਕਰਮ ਨੇ ਉਹ ਸੰਚਿਤ ਨਹੀਂ ਹੁੰਦੇ, ਉਹ ਫਲੀਭੂਤ ਨਹੀਂ ਹੁੰਦੇ, ਕਿਉਂਕਿ ਇਹਨਾਂ ਦੇ ਅੰਦਰ ਚੇਤਨ ਸੱਤਾ ਤੇ ਅਗਿਆਨ ਦੀ ਅੰਸ਼ਤਾ ਹੈ, ਪਰ ਇਹਨਾਂ ਦੇ ਅੰਦਰ ਅੰਤਿਸ਼ਕਰਨ ਨਹੀਂ ਹੈ। ਜੋ ਗੁਰੂ ਹੈ, ਜੋ ਅਵਤਾਰ ਹੈ, ਉਹ ਵੀ ਕਰਮ ਉਹਨਾਂ ਨੇ ਵੀ ਕੀਤੇ ਨੇ, ਪਰ ਉਹਨਾਂ ਦੇ ਕਰਮ ਵੀ ਜਿਹੜੇ ਉਹ ਵੀ ਪਾਪ ਤੇ ਪੁੰਨ ਆਦਿਕ ਬੰਧਨਾਂ ਵਾਲੇ ਨਹੀਂ ਹਨ, ਕਿਉਂਕਿ ਉਹਨਾਂ ਦੇ ਅੰਦਰ ਅਗਿਆਨ ਦੀ ਅੰਸ਼ ਨਹੀਂ ਹੁੰਦੀ। ਮਨੁੱਖ ਦੇ ਅੰਦਰ ਇਹ ਤਿੰਨੇ ਨੇ, ਚੇਤਨ ਸੱਤਾ ਵੀ ਹੈ ਆਤਮਿਕ ਰੂਪ ਦੇ ਵਿੱਚ। ਚੇਤਨ ਸੱਤਾ ਤੋਂ ਬਿਨਾ ਕੁਝ ਵੀ ਨਹੀਂ, ਚੇਤਨ ਸੱਤਾ ਤੋਂ ਬਿਨਾ ਜੜ ਹੈ, ਜੜ ਰੂਪ ਹੈ। ਪਰ ਮਨੁੱਖ ਦੇ ਅੰਦਰ ਚੇਤਨ ਸੱਤਾ ਹੈ, ਆਤਮਾ ਰੂਪੀ ਚੇਤਨ ਸੱਤਾ ਹੈ। ਮਨੁੱਖ ਦੇ ਅੰਦਰ ਅੰਤਿਸ਼ਕਰਨ ਹੈ, ਮਨੁੱਖ ਦੇ ਅੰਦਰ ਅਗਿਆਨ ਦੀ ਅੰਸ਼ ਵੀ ਹੈ। ਇਹਨਾਂ ਤਿੰਨਾਂ ਦੇ ਸੁਮੇਲ ਹੋਣ ਕਰਕੇ ਮਨੁੱਖਾ ਜੂਨੀ ਇਹ ਕਰਮ ਜੂਨੀ ਹੈ। ਇਸ ਕਰਕੇ ਮਨੁੱਖ ਦੇ ਜਿਹੜੇ ਕੀਤੇ ਗਏ ਕਰਮ ਨੇ ਉਹ ਫਲੀਭੂਤ ਹੁੰਦੇ ਨੇ। ਅੱਗੇ ਫਿਰ ਇੱਕ ਦ੍ਰਿਸ਼ਟਾਂਤ ਵਰਤ ਕੇ, ਐਗਜ਼ੈਂਪਲ ਉਦਾਹਰਨ ਦੇ ਕੇ ਭਾਈ ਦਇਆ ਸਿੰਘ ਜੀ ਚੇਤਨ ਸੱਤਾ ਅੰਤਿਸ਼ਕਰਨ ਤੇ ਅਗਿਆਨ ਦੀ ਅੰਸ਼ ਦੇ ਬਾਰੇ ਸਮਝਾਉਂਦੇ ਨੇ। ਅੰਤਹਿ ਕਰਣ ਇਹ ਮਨ ਜੋਏ, ਕਹਿੰਦੇ ਅੰਤਿਸ਼ਕਰਨ ਰੂਪੀ ਸਾਡਾ ਜੋ ਮਨ ਹੈ, ਜਬ ਅਗਿਆਨ ਸਮੇਤੈ ਹੋਏ, ਜਦੋਂ ਇਹ ਅਗਿਆਨ ਦੀ ਸਮੇਤ ਹੁੰਦਾ ਹੈ, ਅੰਤਿਸ਼ਕਰਨ ਰੂਪੀ ਮਨ ਦੇ ਅੰਦਰ ਜਦੋਂ ਅਗਿਆਨ ਦੀ ਅੰਸ਼ ਹੁੰਦੀ ਹੈ, ਤਬ ਸਮਰੱਥ ਕਰਮ ਧਰ ਸਾਰੇ, ਉਦੋਂ ਤੱਕ ਇਹ ਸਾਰੇ ਕਰਮਾਂ ਨੂੰ ਧਾਰਨ ਕਰਨ ਦੀ ਸਮਰੱਥ ਹੁੰਦਾ ਹੈ। ਬਿਨ ਅਗਿਆਨ ਕਰਮ ਨਹਿ ਧਾਰੇ, ਅਗਿਆਨ ਦੀ ਅੰਸ਼ ਤੋਂ ਬਿਨਾ ਇਹ ਕਰਮਾਂ ਨੂੰ ਧਾਰਨ ਨਹੀਂ ਕਰ ਸਕਦਾ, ਆਪਣੇ ਅੰਦਰ ਸੰਚਿਤ ਨਹੀਂ ਕਰ ਸਕਦਾ। ਦੋਹਰਾ ਅੰਤਹਿ ਕਰਣ ਅਗਿਆਨ ਦੁਵੈ, ਚੇਤਨ ਆਤਮ ਤੀਨ। ਅੰਤਿਸ਼ਕਰਨ ਇੱਕ, ਦੂਜਾ ਅਗਿਆਨ ਤੇ ਤੀਜੀ ਸਾਡੇ ਅੰਦਰ ਦੀ ਚੇਤਨ ਸੱਤਾ। ਵੈ ਇਕਤਰ ਧਾਰਹਿ ਕਰਮ, ਧਰੈ ਨ ਹਵੈ ਇਕ ਹੀਨ। ਇਹ ਇਕੱਤਰ ਹੋ ਕੇ ਕਰਮਾਂ ਨੂੰ ਧਾਰਨ ਕਰਦੇ ਨੇ ਤੇ ਇਹਨਾਂ ਦੇ ਵਿੱਚੋਂ ਇੱਕ ਜੇ ਹੀਣ ਹੋ ਜਾਏ ਫਿਰ ਕਿਸੇ ਕਰਮ ਨੂੰ ਧਾਰਨ ਨਹੀਂ ਕੀਤਾ ਜਾ ਸਕਦਾ। ਚੇਤਨ ਸੱਤਾ, ਅਗਿਆਨ ਤੇ ਅੰਤਿਸ਼ਕਰਨ ਤਿੰਨਾਂ ਦੇ ਵਿੱਚੋਂ ਜੇ ਇੱਕ ਨਾ ਹੋਵੇ ਤੇ ਕਰਮ ਜਿਹੜਾ ਹੈ ਉਹ ਧਾਰਨ ਨਹੀਂ ਹੋ ਸਕਦਾ। ਪਸ਼ੂਆਂ ਦੇ ਅੰਦਰ ਅੰਤਿਸ਼ਕਰਨ ਨਹੀਂ ਹੈ ਤੇ ਉਹ ਕਰਮ ਕਰਦੇ ਨੇ, ਧਾਰਨ ਨਹੀਂ ਹੁੰਦੇ। ਗੁਰੂ ਜੋਤ ਨੇ ਕਰਮ ਕੀਤੇ ਪਰ ਅਗਿਆਨ ਦੀ ਅੰਸ਼ ਨਹੀਂ, ਇਸ ਕਰਕੇ ਉਹ ਕਰਮਾਂ ਦੇ ਬੰਧਨ ਦੇ ਵਿੱਚ ਨਹੀਂ। ਇਹਨਾਂ ਤਿੰਨਾਂ ਦਾ ਜਦੋਂ ਸੁਮੇਲ ਹੈ ਤੇ ਫਿਰ ਹੀ ਕਰਮ ਜਿਹੜੇ ਨੇ ਉਹ ਸੰਚਿਤ ਹੁੰਦੇ ਨੇ। ਜੋ ਪਈ
इसको काहू सहत दृष्टांत। ਭਾਈ ਦਇਆ ਸਿੰਘ ਜੀ ਆਖਦੇ ਨੇ ਕਿ ਇਸ ਨੂੰ ਦ੍ਰਿਸ਼ਟਾਂਤ ਦੇ ਸਮੇਤ ਅਸੀਂ ਬਿਆਨ ਕਰਦੇ ਹਾਂ। ਸੁਨੋ ਖਾਲਸਾ ਹੈ ਜਿਸ ਭਾਂਤ। ਇਹ ਕਹਿੰਦੇ ਖਾਲਸਾ ਜੀ ਧਿਆਨ ਦੇ ਨਾਲ ਸੁਣੋ, ਇਹ ਜਿਸ ਪ੍ਰਕਾਰ ਹੈ। ਸਤਗੁਣ ਰੂਪ ਮਿੱਤਰ ਕਾ ਆਹੇ। ਸਤੋ ਗੁਣ ਰੂਪੀ ਕਹਿੰਦੇ ਮਿੱਟੀ ਹੈ। ਅੰਤਹਿ ਕਰਨ ਪਿੰਡ ਹੈ ਤਾਹੇ। ਅੰਤਿਸ ਕਾਰਨ ਇਸ ਮਿੱਟੀ ਦਾ ਢੇਲਾ ਹੈ। ਆਤਮ ਚੇਤਨ ਰੂਪ ਆਕਾਸ਼। ਜਿਹੜੀ ਸਾਡੀ ਆਤਮਾ ਹੈ, ਚੇਤਨ ਸੱਤਾ ਹੈ, ਇਹ ਆਕਾਸ਼ ਦੇ ਵਾਂਗ ਹੈ। ਅਰ ਅਗਿਆਨ ਰੂਪ ਜਲ ਰਾਸ। ਜਿਹੜੀ ਅਗਿਆਨ ਦੀ ਅੰਸ਼ ਹੈ, ਇਹ ਮਾਨੋ ਪਾਣੀ ਹੈ। ਮਿੱਤ ਕਾ ਪਿੰਡ ਮਿਲੈ ਜਲ ਸੰਗ। ਜਦੋਂ ਮਿੱਟੀ ਢੇਲੇ ਦੇ ਨਾਲ, ਮਿੱਟੀ ਦਾ ਜਿਹੜਾ ਢੇਲਾ ਹੈ, ਮ੍ਰਿਤਕਾ ਪਿੰਡ ਮਿੱਟੀ ਦਾ ਢੇਲਾ ਪਾਣੀ ਦੇ ਨਾਲ ਜਦੋਂ ਮਿਲ ਜਾਂਦਾ ਹੈ, ਤਬ ਕਟ ਰੂਪ ਬਨ ਹੈ ਸਰਵੰਗ। ਉਦੋਂ ਫਿਰ ਉਹ ਘੜੇ ਦਾ ਰੂਪ ਧਾਰਨ ਕਰ ਲੈਂਦਾ ਹੈ, ਘੜੇ ਦਾ ਆਕਾਰ ਧਾਰਨ ਕਰ ਲੈਂਦਾ ਹੈ। ਜਦੋਂ ਕਿਸੇ ਘੁਮਿਆਰ ਦੇ ਵੱਲੋਂ ਕੋਈ ਘੜਾ ਤਿਆਰ ਕੀਤਾ ਜਾਂਦਾ ਹੈ, ਮਿੱਟੀ ਨੂੰ ਲੈ ਕੇ ਪਾਣੀ ਦੇ ਅੰਦਰ ਉਸ ਮਿੱਟੀ ਨੂੰ ਪਹਿਲਾਂ ਗੁੰਨਿਆ ਜਾਂਦਾ ਹੈ। ਭਾਵ ਘੜਾ ਬਣਨ ਤੋਂ ਪਹਿਲਾਂ ਮਿੱਟੀ ਤੇ ਪਾਣੀ ਦਾ ਆਪਸ ਦੇ ਵਿੱਚ ਸੁਮੇਲ ਹੁੰਦਾ ਹੈ। ਜਦੋਂ ਮਿੱਟੀ ਨੂੰ ਪਾਣੀ ਦੇ ਵਿੱਚ ਗੁੰਨ ਲਿਆ ਜਾਏ, ਫਿਰ ਉਹਨੂੰ ਚੱਕ ਦੇ ਉੱਪਰ ਚੜਾ ਕੇ ਇੱਕ ਰੂਪ ਦੇ ਦਿੱਤਾ ਜਾਂਦਾ ਹੈ। ਇਸ ਤਰੀਕੇ ਦੇ ਨਾਲ ਉਹ ਜਿਹੜਾ ਘੜਾ ਹੈ ਤਿਆਰ ਹੋ ਜਾਂਦਾ ਹੈ। ਅੰਤਰ ਲਈ ਗਗਨ ਕੋ ਹੋਏ। ਤੇ ਫਿਰ ਉਹ ਘੜੇ ਦੇ ਅੰਦਰ ਜਿਹੜੀ ਖਾਲੀ ਥਾਂ ਹੈ, ਘੜੇ ਦਾ ਇੱਕ ਆਕਾਰ ਬਣ ਗਿਆ ਤੇ ਘੜੇ ਦੇ ਅੰਦਰ ਦੀ ਜਿਹੜੀ ਸਪੇਸ ਹੈ, ਜਿਹੜੀ ਖਾਲੀ ਥਾਂ ਹੈ, ਇਹ ਆਕਾਸ਼ ਰੂਪ ਹੈ। ਕਰਮ ਅਨਾਜ ਤਰੇ ਤਵ ਸੋਏ। ਤੇ ਫਿਰ ਉਸ ਘੜੇ ਦੇ ਵਿੱਚ ਆਪਾਂ ਭਾਵੇਂ ਕਣਕ ਪਾ ਕੇ ਰੱਖ ਦਈਏ, ਭਾਵੇਂ ਜੌਂ ਪਾ ਕੇ ਰੱਖ ਦਿਓ, ਜਵਾਰ ਬਾਜਰਾ ਕੋਈ ਵੀ ਪਦਾਰਥ ਉਸ ਘੜੇ ਦੇ ਅੰਦਰ ਪਾਇਆ ਜਾ ਸਕਦਾ ਹੈ। ਭਾਵੇਂ ਪਾਣੀ ਪਾ ਦਿਓ, ਭਾਵੇਂ ਉਹਦੇ ਅੰਦਰ ਦੁੱਧ ਪਾ ਦਿਓ, ਤੇ ਇਹ ਪਏਗਾ ਤਾਂ ਕਿਉਂਕਿ ਅੰਦਰ ਆਕਾਸ਼ ਹੋਣਾ ਵੀ ਲਾਜ਼ਮੀ ਹੈ। ਜਿਹੜੀ ਸਪੇਸ ਹੈ, ਜੇ ਖਾਲੀ ਥਾਂ ਹੋਏਗੀ ਤੇ ਤਾਂ ਹੀ ਕੁਝ ਉਹਦੇ ਅੰਦਰ ਟਿਕਾਇਆ ਜਾ ਸਕਦਾ ਹੈ। ਤੇ ਜੇ ਅੰਦਰੋਂ ਵੀ ਘੜਾ ਪੂਰੀ ਤਰ੍ਹਾਂ ਦੇ ਨਾਲ ਭਰਿਆ ਹੋਵੇ, ਉਹਦੇ ਅੰਦਰ ਸਪੇਸ ਨਾ ਹੋਵੇ, ਆਕਾਸ਼ ਨਾ ਹੋਵੇ, ਤੇ ਫਿਰ ਉਹਦੇ ਅੰਦਰ ਕੁਝ ਵੀ ਪਾ ਕੇ ਨਹੀਂ ਰੱਖਿਆ ਜਾ ਸਕਦਾ। ਪਹਿਲਾਂ ਮਿੱਟੀ ਤੇ ਪਾਣੀ ਦਾ ਸੁਮੇਲ ਹੋਇਆ, ਘੜੇ ਦਾ ਆਕਾਰ ਤਿਆਰ ਹੋਇਆ, ਤੇ ਘੜੇ ਦੇ ਆਕਾਰ ਦੇ ਅੰਦਰ ਗਗਨ ਹੈ, ਆਕਾਸ਼ ਹੈ, ਭਾਵ ਸਪੇਸ ਹੈ। ਫਿਰ ਉਸ ਘੜੇ ਦੇ ਅੰਦਰ ਮਾਨੋ ਆਪਾਂ ਕੋਈ ਕਣਕ ਆਦਿਕ ਅਨਾਜ ਪਾ ਕੇ ਰੱਖ ਦਿੱਤਾ। ਇਸੇ ਤਰ੍ਹਾਂ ਕਹਿੰਦੇ ਅੰਤਿਸ ਕਰਨ ਰੂਪੀ ਮਿੱਟੀ ਦਾ ਢੇਲਾ ਹੈ। ਇਹ ਜਦੋਂ ਅਗਿਆਨ ਰੂਪੀ ਪਾਣੀ ਦੇ ਨਾਲ ਇਹਦਾ ਸੁਮੇਲ ਹੁੰਦਾ ਹੈ, ਤੇ ਫਿਰ ਇਹਦਾ ਇੱਕ ਘੜਾ ਤਿਆਰ ਹੁੰਦਾ ਹੈ। ਜਿਹੜੀ ਚੇਤਨ ਸੱਤਾ ਹੈ, ਇਹ ਆਕਾਸ਼ ਦੇ ਵਾਂਗ ਹੈ। ਘੜੇ ਦੇ ਅੰਦਰ ਜਿਹੜਾ ਖਾਲੀ ਸਪੇਸ ਹੈ, ਮਾਨੋ ਇਹ ਸਾਡੀ ਚੇਤਨ ਸੱਤਾ ਹੈ। ਤੇ ਇਸ ਤਰ੍ਹਾਂ ਫਿਰ ਇਸ ਘੜੇ ਦੇ ਅੰਦਰ ਕਰਮਾ ਰੂਪੀ ਅਨਾਜ ਸੰਭਾਲ ਕੇ ਰੱਖਿਆ ਜਾਂਦਾ ਹੈ। ਇਹਨਾਂ ਤਿੰਨਾਂ ਦੇ ਸੁਮੇਲ ਦੇ ਨਾਲ ਜਿਹੜਾ ਘੜਾ ਤਿਆਰ ਹੋਇਆ ਹੈ, ਇਹਦੇ ਅੰਦਰ ਕਰਮਾ ਰੂਪੀ ਅਨਾਜ ਰੱਖਿਆ ਜਾਂਦਾ ਹੈ। ਤੀਨੋਂ ਮਿਲ ਕਰ ਘਟਾ ਸੁਧਾਰੇ। ਇਹ ਤਿੰਨੇ ਮਿਲ ਕੇ ਘੜਾ ਤਿਆਰ ਕਰਦੇ ਨੇ, ਮਿੱਟੀ, ਪਾਣੀ ਅਤੇ ਆਕਾਸ਼। ਇਸੇ ਤਰ੍ਹਾਂ ਇਹ ਤਿੰਨੇ ਮਿਲ ਕੇ ਕਰਮਾਂ ਦੇ ਵਾਸਤੇ ਇੱਕ ਘੜਾ ਮਾਨੋ ਤਿਆਰ ਕਰਦੇ ਨੇ, ਇੱਕ ਕਰਮਾਂ ਦੇ ਧਾਰਨ ਦੀ ਥਾਂ ਤਿਆਰ ਕਰਦੇ ਨੇ।
ਚੇਤਨ ਸੱਤਾ ਅੰਤਿਸ਼ ਕਰਨ ਤੇ ਅਗਿਆਨ। ਸਮਰਥ ਹੋਈ ਪਦਾਰਥ ਧਾਰੇ। ਜਿਵੇਂ ਘੜਾ ਜਦੋਂ ਤਿਆਰ ਹੋ ਜਾਏ ਤੇ ਫੇਰ ਹੀ ਉਹ ਕੁਝ ਧਾਰਨ ਕਰਨ ਦੇ ਸਮਰੱਥ ਹੁੰਦਾ ਹੈ। ਤੀਨੋ ਨਿਜ ਨਿਜ ਹਵੈ ਕਰ ਨਿਆਰੇ। ਤੇ ਜੇ ਤਿੰਨਾਂ ਨੂੰ ਵੱਖੋ ਵੱਖਰੇ ਕਰ ਦਿੱਤਾ ਜਾਏ, ਮਿੱਟੀ ਵੱਖਰੀ ਹੋਵੇ, ਪਾਣੀ ਵੱਖਰਾ ਪਿਆ ਹੋਵੇ ਤੇ ਸਪੇਸ ਆਕਾਸ਼ ਵੱਖਰਾ ਹੋਵੇ, ਧਰਨ ਪਦਾਰਥ ਸ਼ਕਤ ਨ ਧਾਰੇ। ਉਹ ਕਿਸੇ ਪਦਾਰਥ ਨੂੰ ਧਾਰਨ ਕਰਨ ਦੀ, ਆਪਣੇ ਅੰਦਰ ਸੰਭਾਲ ਕੇ ਰੱਖਣ ਦੀ ਫਿਰ ਸ਼ਕਤੀ ਨਹੀਂ ਰੱਖਦਾ। ਤਿਸ ਪ੍ਰਕਾਰ ਇੱਕ ਆਤਮ ਜੋਏ। ਇਸੇ ਤਰ੍ਹਾਂ ਜਿਹੜੀ ਆਤਮਾ ਰੂਪੀ ਚੇਤਨ ਸੱਤਾ ਹੈ, ਕਰਮ ਧਰੈ ਸਮਰੱਥ ਨਹਿ ਸੋਏ। ਇਹ ਇਕੱਲੀ ਵੀ ਕਰਮਾਂ ਨੂੰ ਧਾਰਨ ਕਰਨ ਦੀ ਸਮਰੱਥਾ ਨਹੀਂ ਰੱਖਦੀ। ਕੇਵਲ ਅੰਤਹਿ ਕਰਣ ਨ ਧਾਰੇ। ਤੇ ਇਸੇ ਤਰ੍ਹਾਂ ਕੇਵਲ ਅੰਤਿਸ਼ ਕਰਨ ਵੀ ਜੇ ਹੋਵੇ ਤੇ ਇਹ ਵੀ ਇਕੱਲਾ ਰਹਿ ਕੇ, ਵੱਖਰਾ ਰਹਿ ਕੇ, ਤਿਮ ਅਗਿਆਨ ਨ ਧਰਹਿ ਨਿਵਾਰੇ। ਇਹ ਵੀ ਕਰਮ ਧਾਰਨ ਨਹੀਂ ਕਰ ਸਕਦਾ। ਇਸੇ ਤਰ੍ਹਾਂ ਅਗਿਆਨ ਵੀ ਇਕੱਲਾ ਕਰਮਾਂ ਨੂੰ ਧਾਰਨ ਨਹੀਂ ਕਰ ਸਕਦਾ। ਤੀਨੋਂ ਕੋ ਸੰਜੋਗ ਜਬ ਹੋਏ। ਤਿੰਨਾਂ ਦਾ ਜਦੋਂ ਸੰਜੋਗ ਹੁੰਦਾ ਹੈ, ਆਪਸ ਦੇ ਵਿੱਚ ਸੁਮੇਲ ਹੁੰਦਾ ਹੈ, ਕਰਮ ਧਰਨ ਸਮਰੱਥ ਹੈ ਸੋਏ। ਫੇਰ ਇਹ ਕਰਮਾਂ ਨੂੰ ਧਾਰਨ ਕਰਨ ਦੇ ਸਮਰੱਥ ਬਣਦੇ ਨੇ। ਅੰਤਹਿ ਕਰਨ ਰੂਪ ਤਰਕਸ਼ ਮਹਿ। ਇਸੇ ਤਰ੍ਹਾਂ ਹੁਣ ਇਹ ਨਿਰਣਾ ਇੱਥੇ ਭਾਈ ਦਇਆ ਸਿੰਘ ਜੀ ਨੇ ਕੀਤਾ ਹੈ ਕਿ ਚੇਤਨ ਸੱਤਾ, ਅਗਿਆਨ ਦੀ ਅੰਸ਼ ਤੇ ਅੰਤਿਸ਼ ਕਰਨ, ਇਹ ਤਿੰਨ ਦਾ ਜਦੋਂ ਸੁਮੇਲ ਹੁੰਦਾ ਹੈ, ਕੋਈ ਵੀ ਕਰਮ ਫਲੀਭੂਤ ਉਦੋਂ ਹੁੰਦਾ ਹੈ। ਹੁਣ ਇੱਥੇ ਥੋੜ੍ਹੀ ਜਿਹੀ ਵਿਚਾਰ ਜੇ ਗੁਰਬਾਣੀ ਦੇ ਵਿੱਚੋਂ ਆਪਾਂ ਲਈਏ, ਸਾਨੂੰ ਅੰਮ੍ਰਿਤਮਈ ਬਾਣੀ ਦੇ ਵਿੱਚ ਇਹ ਵਾਰ-ਵਾਰ ਚਿਤਾਰਿਆ ਗਿਆ ਹੈ ਕਿ ਪ੍ਰਭ ਕੀ ਉਸਤਤ ਕਰਹੁ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਕਿ ਪਰਮਾਤਮਾ ਦੀ ਜਦੋਂ ਉਸਤਤ ਕਰਨੀ ਹੈ, ਪਰਮਾਤਮਾ ਦੀ ਸਿਫਤ ਸਲਾਹ ਕਰਨੀ ਹੈ, ਨਾਮ ਜਪਣਾ ਹੈ, ਇਕਾਗਰ ਚਿੱਤ ਹੋ ਕੇ ਜਪਣਾ ਚਾਹੀਦਾ ਹੈ। ਸਾਵਧਾਨ ਹੋ ਕੇ, ਸੁਚੇਤ ਹੋ ਕੇ, ਇਕਾਗਰ ਚਿੱਤ ਹੋ ਕੇ ਜਪੀਏ, ਕਿਉਂਕਿ ਚੇਤਨ ਸੱਤਾ ਸਾਡੇ ਅੰਦਰ ਹੈ। ਸਰੀਰ ਕਰਕੇ ਅਸੀਂ ਕਰਮ ਕਰ ਰਹੇ ਹਾਂ, ਪਰ ਜੇ ਉਸ ਕਰਮ ਨੂੰ ਕਰਨ ਦੇ ਵਿੱਚ ਸਾਡਾ ਮਨ ਸ਼ਾਮਲ ਨਹੀਂ ਹੈ ਤੇ ਉਹ ਕਰਮ ਫਲੀਭੂਤ ਨਹੀਂ ਹੋਏਗਾ। ਇੱਕ ਗੱਲ ਸ਼ਰੁਤੀ ਸਿੱਧ ਹੈ, ਕੋਈ ਬੰਦਾ ਚੋਰੀ ਕਰਦਾ ਹੈ, ਕਿਸੇ ਪ੍ਰਕਾਰ ਦਾ ਕੋਈ ਹੋਰ ਕੁਕਰਮ ਕਰਦਾ ਹੈ, ਕੋਈ ਮੰਦਾ ਕਰਮ ਕਰਦਾ ਹੈ, ਬੜੇ ਧਿਆਨ ਦੇ ਨਾਲ ਸੁਚੇਤ ਹੋ ਕੇ ਕਰਦਾ ਹੈ। ਕੁਕਰਮ ਕਰੇ, ਚੋਰੀ ਕਰੇ, ਮਨੁੱਖ ਕਦੇ ਵੀ ਅਵੇਸਲਾ ਹੋ ਕੇ ਨਹੀਂ ਕਰਦਾ। ਬੁਰੇ ਕਰਮ ਦੇ ਅੰਦਰ ਮਨ ਦੀ ਸ਼ਮੂਲੀਅਤ ਆਪਣੇ ਆਪ ਹੋ ਜਾਂਦੀ ਹੈ, ਕਿਉਂਕਿ ਜਿਸ ਪ੍ਰਕਾਰ ਪਾਣੀ ਦਾ ਸੁਭਾਅ ਹੈ ਨਿਵਾਣ ਦੇ ਵੱਲ ਵਗਣਾ, ਪਾਣੀ ਨੂੰ ਜੇ ਨੀਵੇਂ ਥਾਂ ਦੇ ਵੱਲ ਲੈ ਕੇ ਜਾਣਾ ਹੈ ਤੇ ਉਹਦੇ ਵਾਸਤੇ ਕਿਸੇ ਯਤਨ ਦੀ ਲੋੜ ਨਹੀਂ, ਨਿਵਾਣ ਦੇ ਵੱਲ ਪਾਣੀ ਆਪਣੇ ਆਪ ਜਾਏਗਾ। ਪਾਣੀ ਦਾ ਇਹ ਸੁਭਾਅ ਹੈ। ਇਸੇ ਤਰ੍ਹਾਂ ਮਨ ਦਾ ਵੀ ਸੁਭਾਅ ਹੈ, ਨਿਵਾਣ ਦੇ ਵੱਲ ਹੀ ਆਪਣੇ ਆਪ ਜਾਂਦਾ ਹੈ, ਸੁਤੇ ਸਿੱਧ ਜਾਂਦਾ ਹੈ। ਬੁਰੇ ਕਾਮ ਕਉ ਊਠ ਖਲੋਇਆ, ਬੁਰਾ ਕਰਮ ਕਰਨ ਦੇ ਵਾਸਤੇ ਇਹ ਮਨ ਹਰ ਵੇਲੇ ਤਿਆਰ ਹੈ। ਤੇ ਜੇ ਪਾਣੀ ਨੂੰ ਉਚਾਈ ਦੇ ਵੱਲ, ਉੱਪਰ ਦੇ ਵੱਲ ਲੈ ਕੇ ਜਾਣਾ ਹੋਵੇ ਤੇ ਉਹਦੇ ਵਾਸਤੇ ਯਤਨ ਕਰਨਾ ਪਏਗਾ, ਉਹਦੇ ਵਾਸਤੇ ਕੋਈ ਵਿਸ਼ੇਸ਼ ਉਪਰਾਲਾ ਕਰਨਾ ਪਏਗਾ। ਕਿਸੇ ਯਤਨ ਦੇ ਬਗੈਰ ਪਾਣੀ ਆਪਣੇ ਆਪ ਉੱਪਰ ਦੇ ਵੱਲ ਨਹੀਂ ਜਾਏਗਾ। ਇਹਨੂੰ ਉੱਪਰ ਦੇ ਵੱਲ ਜਾਣ ਦੇ ਵਾਸਤੇ ਕੋਈ ਜੁਗਤ ਵਰਤਣੀ ਪਏਗੀ, ਵਿਧ ਬਣਾਉਣੀ ਪਏਗੀ, ਕੋਈ ਯਤਨ ਕਰਨਾ ਪਏਗਾ, ਤਾਂ ਉੱਪਰ ਦੇ ਵੱਲ ਜਾਏਗਾ। ਇਸੇ ਤਰ੍ਹਾਂ ਮਨ, ਜੇ ਅਸੀਂ ਕਹੀਏ ਕਿ ਇਹ ਸੁਤੇ ਸਿੱਧੀ ਚੰਗੇ ਕਰਮਾਂ ਦੇ ਵਿੱਚ ਵੀ ਸ਼ਾਮਲ ਹੋ ਜਾਏ ਤੇ ਨਹੀਂ ਹੁੰਦਾ।
ਬੁਰੇ ਕਰਮ ਦੇ ਵਾਸਤੇ ਕਿਸੇ ਯਤਨ ਦੀ ਲੋੜ ਨਹੀਂ, ਮਨ ਆਪਣੇ ਆਪ ਹੀ ਉਹਦੇ ਅੰਦਰ ਸ਼ਾਮਲ ਹੋ ਜਾਂਦਾ ਹੈ। ਪਰ ਜੇ ਚੰਗਾ ਕਰਮ ਕਰਨਾ ਹੈ, ਕਈ ਵਾਰ ਸਰੀਰ ਕਰਕੇ ਕਰਮ ਅਸੀਂ ਕਰ ਰਹੇ ਹਾਂ ਪਰ ਮਨ ਸਾਡਾ ਉੱਥੇ ਹੁੰਦਾ ਹੀ ਨਹੀਂ। ਸਾਡੇ ਸਾਹਮਣੇ ਮਿਸਾਲ ਹੈ, ਉਦਾਹਰਨ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਮਸੀਤ ਦੇ ਵਿੱਚ ਇਹ ਕਹਿ ਦਿੱਤਾ ਮੌਲਵੀ ਨੂੰ ਵੀ ਤੇ ਦੌਲਤ ਖਾਂ ਲੋਧੀ ਨੂੰ ਵੀ ਕਿ ਨਾ ਨਮਾਜ਼ ਤੂੰ ਪੜ੍ਹੀਏ ਤੇ ਨਾ ਤੂੰ ਪੜ੍ਹੀਏ, ਕਿਉਂਕਿ ਸਰੀਰ ਦੇ ਵੱਲੋਂ ਇਹ ਕਰਮ ਕੀਤਾ ਜਾ ਰਿਹਾ ਸੀ, ਸਰੀਰ ਦੀ ਕਿਰਿਆ ਹੋ ਰਹੀ ਸੀ। ਪਾਸੇ ਖੜੇ ਲੋਕਾਂ ਨੂੰ ਇਹ ਪ੍ਰਤੀਤ ਹੋ ਰਿਹਾ ਸੀ ਕਿ ਮੌਲਵੀ ਵੀ ਨਮਾਜ਼ ਪੜ੍ਹ ਰਿਹਾ ਹੈ, ਦੌਲਤ ਖਾਂ ਲੋਧੀ ਵੀ ਨਮਾਜ਼ ਪੜ੍ਹ ਰਿਹਾ ਹੈ, ਕਿਉਂਕਿ ਨਮਾਜ਼ ਪੜ੍ਹਨ ਦੇ ਵਾਸਤੇ ਤਨ ਦੀ ਜਿਹੜੀ ਕਿਰਿਆ ਹੋਣੀ ਚਾਹੀਦੀ ਹੈ ਉਹ ਕਿਰਿਆ ਹੋ ਰਹੀ ਸੀ। ਪਰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਦੱਸ ਦਿੱਤਾ ਕਿ ਸਰੀਰ ਦੀ ਕਿਰਿਆ ਤਾਂ ਹੋ ਰਹੀ ਸੀ, ਪਰ ਇਹ ਜਿਹੜਾ ਤੁਹਾਡਾ ਕੀਤਾ ਗਿਆ ਕਰਮ ਹੈ ਇਹ ਫਲੀਭੂਤ ਕਦੇ ਨਹੀਂ ਹੋ ਸਕਦਾ, ਕਿਉਂਕਿ ਮਨ ਤੁਹਾਡਾ ਇਸ ਕਰਮ ਦੇ ਅੰਦਰ ਸ਼ਾਮਲ ਨਹੀਂ ਸੀ। ਮਨ ਤਾਂ ਕਿਤੇ ਹੋਰ ਫਿਰਦਾ ਸੀ। ਦੌਲਤ ਖਾਂ ਲੋਧੀ ਦਾ ਮਨ ਕਾਬਲ ਕੰਧਾਰ ਘੋੜੇ ਖਰੀਦਣ ਦੇ ਵੱਲ ਸੀ, ਮੌਲਵੀ ਦਾ ਮਨ ਵੀ ਆਪਣੇ ਘਰ ਫਿਰਦਾ ਸੀ। ਭਾਵ ਉਸ ਕਰਮ ਦੇ ਅੰਦਰ ਮਨ ਸ਼ਾਮਲ ਨਹੀਂ। ਅਸੀਂ ਬੈਠ ਕੇ ਪਾਠ ਕਰ ਰਹੇ ਹਾਂ, ਮਨ ਸਾਡਾ ਕਿਤੇ ਹੋਰ ਫਿਰ ਰਿਹਾ ਹੈ, ਮਨ ਕਿਤੇ ਹੋਰ ਫਿਰ ਰਿਹਾ ਹੈ। ਮਨ ਉਸ ਬਾਣੀ ਨੂੰ ਪੜ੍ਹਨ ਦੇ ਵਿੱਚ ਨਹੀਂ। ਬਾਣੀ ਜਿਹੜੀ ਸਾਡੇ ਵੱਲੋਂ ਪੜ੍ਹੀ ਜਾ ਰਹੀ ਹੈ, ਮਨ ਦਾ ਧਿਆਨ ਉਸ ਬਾਣੀ ਦੇ ਵਿੱਚ ਨਹੀਂ ਹੈ, ਸੁਰਤ ਉਸ ਬਾਣੀ ਦੇ ਅੰਦਰ ਨਹੀਂ ਹੈ। ਤੇ ਜਿਸ ਕਰਮ ਨੂੰ ਕਰਦਿਆਂ ਹੋਇਆਂ ਮਨ ਸ਼ਾਮਲ ਨਹੀਂ ਹੋਏਗਾ ਉਹ ਕਰਮ ਫਲੀਭੂਤ ਨਹੀਂ ਹੋਵੇਗਾ। ਇਸੇ ਕਰਕੇ ਸਤਿਗੁਰੂ ਜੀ ਨੇ ਕਿਹਾ ਕਿ ਕਰਮ ਕਰ, ਬਾਣੀ ਪੜ੍ਹ, ਨਾਮ ਜਪ, ਪਰਮਾਤਮਾ ਦੀ ਸਿਫਤ ਸਲਾਹ ਕਰ, ਪਰ ਸੁਚੇਤ ਹੋ ਕੇ ਕਰ। ਉਸ ਕਰਮ ਦੇ ਅੰਦਰ ਤੇਰਾ ਮਨ ਸ਼ਾਮਲ ਹੋਣਾ ਚਾਹੀਦਾ ਹੈ। ਜੇ ਮਨ ਸ਼ਾਮਲ ਨਹੀਂ ਹੋਏਗਾ ਤੇ ਉਹ ਕਰਮ ਫਲੀਭੂਤ ਨਹੀਂ ਹੋਏਗਾ। ਬੁਰੇ ਕਰਮ ਫਲੀਭੂਤ ਸੁਤੇ ਸਿੱਧੀ ਹੋ ਜਾਂਦੇ ਨੇ, ਕਿਉਂਕਿ ਮਨ ਇਹਨਾਂ ਦੇ ਵਿੱਚ ਆਪਣੇ ਆਪ ਹੀ ਸ਼ਾਮਲ ਹੋ ਜਾਂਦਾ ਹੈ। ਹੁਣ ਜਿੰਨਾ ਸੁਚੇਤ ਹੋ ਕੇ ਕੋਈ ਬੰਦਾ ਕੁਕਰਮ ਕਰਦਾ ਹੈ, ਮਾੜਾ ਕਰਮ ਕਰਦਾ ਹੈ, ਕੋਈ ਵਿਕਾਰ ਭੋਗਦਾ ਹੈ, ਓਨਾ ਸੁਚੇਤ ਹੋ ਕੇ ਬਾਣੀ ਨਹੀਂ ਪੜ੍ਹਦਾ, ਓਨਾ ਸੁਚੇਤ ਹੋ ਕੇ ਸੇਵਾ ਨਹੀਂ ਕਰਦਾ, ਸਿਮਰਨ ਨਹੀਂ ਕਰਦਾ। ਇਸ ਕਰਕੇ ਇਹ ਜਿਹੜੇ ਕੀਤੇ ਗਏ ਕਰਮ ਨੇ ਇਹ ਓਨੇ ਫਲੀਭੂਤ ਵੀ ਨਹੀਂ ਹੁੰਦੇ। ਹੁਣ ਕਰਮ ਇੱਥੇ ਬੈਠ ਕੇ ਅਸੀਂ ਕਰੀ ਜਾ ਰਹੇ ਹਾਂ, ਇਹ ਕਰਮ ਇੱਕ ਸਾਡੇ ਵੱਲੋਂ ਕੀਤਾ ਜਾ ਰਿਹਾ ਹੈ, ਪਰ ਇਹ ਫਲੀਭੂਤ ਤਾਂ ਹੋਏਗਾ ਜੇ ਸਾਡੇ ਮਨ ਦੀ ਪ੍ਰੈਜ਼ੈਂਸ ਇੱਥੇ ਹੋਏਗੀ, ਮਨ ਦੀ ਹਾਜ਼ਰੀ ਇੱਥੇ ਹੋਏਗੀ। ਤੇ ਜੇ ਸਰੀਰ ਕਰਕੇ ਅਸੀਂ ਗੁਰੂ ਦੇ ਦਰਬਾਰ ਦੇ ਵਿੱਚ ਬੈਠੇ ਹਾਂ, ਮਨ ਸਾਡਾ ਕਿਤੇ ਬਾਜ਼ਾਰ ਦੇ ਵਿੱਚ ਫਿਰਦਾ ਹੈ, ਘਰ ਫਿਰਦਾ ਹੈ, ਕਿਸੇ ਮਿੱਤਰ ਦੇ ਵੱਲ ਫਿਰਦਾ ਹੈ, ਕਿਸੇ ਵੈਰੀ ਦੇ ਵੱਲ ਫਿਰਦਾ ਹੈ, ਤੇ ਫਿਰ ਇਹ ਜਿਹੜਾ ਸਾਡਾ ਕਰਮ ਹੈ ਇਹ ਸੰਚਿਤ ਨਹੀਂ ਹੋਏਗਾ, ਇਹ ਫਲੀਭੂਤ ਨਹੀਂ ਹੋਏਗਾ। ਇਸ ਕਰਕੇ ਇਹਦੇ ਨਾਲ ਮਨ ਦੀ ਹਾਜ਼ਰੀ ਵੀ ਲਾਜ਼ਮੀ ਹੈ। ਤੇ ਇਹੀ ਬਚਨ ਇੱਥੇ ਭਾਈ ਦਇਆ ਸਿੰਘ ਜੀ ਦੇ ਵੱਲੋਂ ਇਹ ਸਮਝਾਏ ਜਾ ਰਹੇ ਨੇ ਕਿ ਜੇ ਇਹਨਾਂ ਤਿੰਨਾਂ ਦੇ ਵਿੱਚੋਂ ਇੱਕ ਦੀ ਹਾਜ਼ਰੀ ਨਾ ਹੋਵੇ ਤੇ ਇਹ ਕਰਮ ਨੂੰ ਧਾਰਨ ਕਰਨ ਦੇ ਸਮਰੱਥ ਨਹੀਂ ਹਨ। ਹੁਣ ਚੇਤਨ ਸੱਤਾ ਸਾਡੀ ਹੈ, ਹਰ ਵਕਤ ਹੈ, ਉਹ ਕਦੇ ਗੈਰ ਹਾਜ਼ਰ ਨਹੀਂ ਹੋ ਸਕਦੀ। ਅਗਿਆਨ ਵੀ ਸਾਡੇ ਅੰਦਰ ਹੈ, ਉਹ ਵੀ ਕਿਤੇ ਨਹੀਂ ਗਿਆ। ਸਾਡੇ ਅੰਦਰੋਂ ਜੇ ਗੈਰ ਹਾਜ਼ਰੀ ਹੁੰਦੀ ਹੈ ਤੇ ਉਹ ਸਾਡੇ ਅੰਤਿਸਕਰਨ ਦੀ ਹੁੰਦੀ ਹੈ, ਸਾਡੇ ਧਿਆਨ ਦੀ, ਸਾਡੀ ਸੁਰਤ ਦੀ ਹੁੰਦੀ ਹੈ। ਤੇ ਇਹ ਗੈਰ ਹਾਜ਼ਰੀ ਵੀ ਜ਼ਿਆਦਾਤਰ
ਸ਼ੁਭ ਕਰਮ ਕਰਦਿਆਂ, ਚੰਗੇ ਕਰਮ ਕਰਦਿਆਂ ਹੀ ਹੁੰਦੀ ਹੈ, ਕਿਉਂਕਿ ਚੰਗੇ ਕਰਮ ਕਰਦਿਆਂ ਮਨੁੱਖ ਸਾਵਧਾਨ ਨਹੀਂ ਹੁੰਦਾ। ਇੱਕ ਗੱਲ ਇਹ ਵੀ ਪੱਕੀ ਹੈ ਕਿ ਇਹਨੂੰ ਸਾਵਧਾਨ ਹੋਣ ਦੇ ਵਾਸਤੇ ਕੋਈ ਭੈ ਵੀ ਚਾਹੀਦਾ ਹੈ, ਕੋਈ ਡਰ ਵੀ ਚਾਹੀਦਾ ਹੈ। ਬੁਰੇ ਕਰਮ ਕਰਦਿਆਂ, ਕੁਕਰਮ ਕਰਦਿਆਂ ਤੇ ਡਰ ਆਪਣੀ ਆਪ ਹੀ ਹੈ। ਸਮਾਜ ਦਾ ਡਰ ਹੈ, ਕਾਨੂੰਨ ਦਾ ਭੈ ਹੈ। ਬੁਰੇ ਕਰਮ ਕਰਦਿਆਂ ਇਸ ਕਰਕੇ ਇਹ ਸੁਚੇਤ ਹੁੰਦਾ ਹੈ, ਕਿਉਂਕਿ ਇਹਨੂੰ ਕੋਈ ਭੈ ਹੈ। ਹੁਣ ਜੇ ਕੋਈ ਚੰਗਾ ਕਰਮ ਕਰਦਾ ਹੈ, ਕੋਈ ਨਾਮ ਜਪਦਾ ਹੈ, ਬਾਣੀ ਪੜ੍ਹਦਾ ਹੈ, ਸੇਵਾ ਕਰਦਾ ਹੈ, ਇਸ ਮੌਕੇ ਨੂੰ ਨਾ ਸਮਾਜ ਦਾ ਭੈ ਹੈ, ਨਾ ਇਹਨੂੰ ਕਾਨੂੰਨ ਦਾ ਭੈ ਹੈ। ਸਗੋਂ ਸਮਾਜ ਨੇ ਤਾਂ ਇਹਨੂੰ ਸ਼ਾਬਾਸ਼ ਦੇਣੀ ਹੈ, ਇਹਦੀ ਸਲਾਹਤ ਕਰਨੀ ਹੈ। ਸਮਾਜ ਦਾ ਤੇ ਡਰ ਕੋਈ ਨਹੀਂ, ਕਾਨੂੰਨ ਦਾ ਕੋਈ ਡਰ ਨਹੀਂ। ਇੱਕ ਗੱਲ ਨਿੱਕੀ ਜਿਹੀ ਇੱਕ ਉਦਾਹਰਨ ਆਪਾਂ ਲੈਂਦੇ ਹਾਂ। ਜਦੋਂ ਆਪਾਂ ਸੜਕ ਪਾਰ ਕਰਨੀ ਹੈ, ਇੱਕ ਸੜਕ ਉਹ ਹੈ ਜਿਹਦੇ ਤੇ ਟ੍ਰੈਫਿਕ ਲਗਾਤਾਰ ਚੱਲ ਰਹੀ ਹੈ, ਵਹੀਕਲਾਂ ਦੀ ਆਵਾਜਾਈ ਲੱਗੀ ਹੋਈ ਹੈ। ਇੱਕ ਸੜਕ ਉਹ ਹੈ ਜਿਹੜੀ ਬਿਲਕੁਲ ਸੁੰਨੀ ਪਈ ਹੈ, ਉਹਦੇ ਤੇ ਆਵਾਜਾਈ ਕੋਈ ਨਹੀਂ। ਜਿਹੜੀ ਸੜਕ ਸੁੰਨੀ ਪਈ ਹੈ ਉਹ ਬੰਦਾ ਅਵੇਸਲਾ ਹੋ ਕੇ ਵੀ ਪਾਰ ਕਰ ਜਾਂਦਾ ਹੈ, ਬੇਧਿਆਨੀ ਦੇ ਵਿੱਚ ਵੀ ਉੱਥੋਂ ਲੰਘ ਜਾਂਦਾ ਹੈ। ਤੇ ਜਿਹੜੀ ਸੜਕ ਤੇ ਟ੍ਰੈਫਿਕ ਹੈ, ਆਵਾਜਾਈ ਹੈ, ਉਹ ਸੜਕ ਅਸੀਂ ਕਦੇ ਵੀ ਅਵੇਸਲੇ ਹੋ ਕੇ ਬੇਧਿਆਨੀ ਦੇ ਵਿੱਚ ਅਸੀਂ ਪਾਰ ਨਹੀਂ ਕਰਦੇ। ਉਦੋਂ ਅਸੀਂ ਪੂਰੇ ਸੁਚੇਤ ਹੋ ਕੇ ਬੜੇ ਧਿਆਨ ਦੇ ਨਾਲ ਉਹ ਸੜਕ ਨੂੰ ਪਾਰ ਕਰਦੇ ਹਾਂ, ਕਿਉਂਕਿ ਜਿਹੜੀ ਸੜਕ 'ਤੇ ਆਵਾਜਾਈ ਹੈ ਉਹਦੇ 'ਤੇ ਇੱਕ ਭੈ ਹੈ, ਇੱਕ ਡਰ ਹੈ ਕਿ ਜੇ ਅਵੇਸਲਾ ਹੋ ਕੇ ਲੰਘਿਆ ਤੇ ਇੱਥੇ ਦੁਰਘਟਨਾ ਹੋ ਸਕਦੀ ਹੈ। ਜੇ ਮਨੁੱਖ ਨੇ ਸੁਚੇਤ ਹੋਣਾ ਹੈ, ਸਾਵਧਾਨ ਹੋਣਾ ਹੈ, ਤੇ ਇਹਨੂੰ ਸਾਵਧਾਨ ਹੋਣ ਦੇ ਵਾਸਤੇ ਇੱਕ ਭੈ ਚਾਹੀਦਾ ਹੈ, ਇੱਕ ਡਰ ਚਾਹੀਦਾ ਹੈ। ਡਰ ਤੋਂ ਬਿਨਾਂ ਮਨੁੱਖ ਕਦੇ ਸੁਚੇਤ ਨਹੀਂ ਹੁੰਦਾ। ਬੁਰੇ ਕਰਮ ਕਰਦਿਆਂ ਸਮਾਜ ਦਾ ਭੈ, ਕਾਨੂੰਨ ਦਾ ਭੈ, ਪਰ ਸ਼ੁਭ ਕਰਮ ਕਰਦਿਆਂ ਫਿਰ ਸਾਨੂੰ ਸੁਚੇਤ ਹੋਣ ਦੇ ਵਾਸਤੇ ਕਾਹਦਾ ਭੈ? ਇਸੇ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤਮਈ ਬਾਣੀ ਦੇ ਅੰਦਰ ਸਾਨੂੰ ਮੌਤ ਦਾ ਭੈ ਦਿੱਤਾ ਗਿਆ ਕਿ ਇੱਕ ਗੱਲ ਯਾਦ ਰੱਖ, ਕਾਲ ਰੂਪੀ ਸ਼ਿਕਾਰੀ ਹਰ ਵਕਤ ਤੇਰੇ ਤੇ ਮੰਡਰਾ ਰਿਹਾ ਹੈ ਤੇ ਉਹ ਕਦੇ ਵੀ ਤੇਰਾ ਸ਼ਿਕਾਰ ਕਰ ਸਕਦਾ ਹੈ। ਸਾਨੂੰ ਇਸੇ ਕਰਕੇ ਵਾਰ-ਵਾਰ ਚਿਤਾਇਆ ਗਿਆ ਹੈ ਕਿ ਮੌਤ ਕਦੇ ਵੀ ਆ ਸਕਦੀ ਹੈ। ਮੌਤ ਨੂੰ ਚੇਤੇ ਰੱਖ ਤਾਂ ਕਿ ਸ਼ੁਭ ਕਰਮ ਕਰਨ ਲੱਗਿਆਂ ਵੀ ਤੂੰ ਸੁਚੇਤ ਰਵੇਂ, ਜੇ ਮੌਤ ਦਾ ਭੈ ਤੇਰੇ ਅੰਦਰ ਹੋਏਗਾ। ਤਿੰਨਾਂ ਦਾ ਸੁਮੇਲ ਜਦੋਂ ਹੁੰਦਾ ਹੈ, ਆਤਮਾ ਰੂਪੀ ਚੇਤਨ ਸੱਤਾ, ਅੰਤਿਸ਼ ਕਰਨ ਰੂਪੀ ਮਨ ਤੇ ਤੀਜਾ ਅਗਿਆਨ, ਇਹਨਾਂ ਤਿੰਨਾਂ ਦੇ ਸੁਮੇਲ ਦੇ ਨਾਲ ਇੱਥੇ ਭਾਈ ਦਇਆ ਸਿੰਘ ਜੀ ਕਹਿੰਦੇ ਕਰਮ ਧਰਨ ਸਮਰੱਥ ਹੈ ਸੋਏ, ਤੀਨੋਂ ਕੋ ਸੰਜੋਗ ਜਬ ਹੋਏ। ਜਦੋਂ ਤਿੰਨਾਂ ਦਾ ਸੰਯੋਗ ਹੁੰਦਾ ਹੈ, ਸੁਮੇਲ ਹੁੰਦਾ ਹੈ, ਫਿਰ ਅਸੀਂ ਕੋਈ ਕਰਮ ਧਾਰਨ ਕਰਨ ਦੇ ਸਮਰੱਥ ਹੁੰਦੇ ਹਾਂ। ਇਹ ਕਰਮਾਂ ਦੀ ਵਿਚਾਰ ਜਿਹੜੀ ਹੈ ਭਾਈ ਦਇਆ ਸਿੰਘ ਜੀ ਸੰਗਤ ਦੇ ਨਾਲ ਸਾਂਝੀ ਕਰ ਰਹੇ ਨੇ। ਅੱਗੇ ਫਿਰ